ਮਾਈਨਿੰਗ ਨੂੰ ਲੈ ਕੇ ਇੱਕ ਪਾਸੇ ਰਾਜਨੀਤੀ ਹੁੰਦੀ ਹੈ ਤੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕਈ ਕੇਸਿਸ ਚੱਲ ਰਹੇ ਨੇ। ਹਾਈ ਕੋਰਟ ਨੇ ਜਿਹੜਾ ਹੈ ਡਾਇਰੈਕਸ਼ਨਸ ਦਿੱਤੀਆਂ ਨੇ ਤੇ ਰਿਪੋਰਟ ਵੀ ਮੰਗੀ ਹੈ ਰੂਪਨਗਰ ਦੀ ਜਿਹੜੀ ਪੁਲਿਸ ਹੈ ਮਾਈਨਿੰਗ ਨੂੰ ਲੈ ਕੇ। कोर्ट ने बहुत सीरीयस व्यू लिया है कि ਜਿਹੜਾ ਵੀ ਮੇਰੇ ਕੋਲੇ ਕੇਸ ਆ ਰਿਹਾ ਉਸ 'ਚ ਅਕਿਊਜ਼ਡ ਮਾਈਨਿੰਗ ਦੇ ਕੇਸਿਸ ਵਿੱਚ ਟਿੱਪਰ ਦਾ ਡਰਾਈਵਰ ਔਰ ਜੀਸੀਬੀ ਦਾ ਆਪਰੇਟਰ ਹੀ ਹੁੰਦਾ ਹੈ। ਕਦੇ ਐਸਾ ਕੇਸ ਨਹੀਂ ਆ ਰਿਹਾ ਜਿਸ 'ਚ ਮੇਨ ਜੋ ਮਾਈਨਿੰਗ ਮਾਫੀਆ ਹੈ ਉਹ ਕੋਈ ਬੇਲ ਲੈਣ ਆ ਰਿਹਾ ਹੈ। ਕੋਰਟ ਨੂੰ ਇਹ ਲੱਗ ਰਿਹਾ ਹੈ ਵੀ ਪੁਲਿਸ ਹੈ ਜਿਹੜੀ ਹੈਂਡ ਇਨ ਗਲਵ ਹੈ ਮਾਈਨਿੰਗ ਮਾਫੀਆ ਨਾਲ। ਮੇਨ ਮਾਈਨਿੰਗ ਮਾਫੀਆ ਹੈ ਜਿਹੜਾ ਉਸ ਤੱਕ ਪੁਲਿਸ ਪਹੁੰਚਣਾ ਨਹੀਂ ਚਾਹ ਰਹੀ। ਮੰਗੀ ਗਈ ਹੈ ਪੁਲਿਸ ਤੋਂ ਕੀ ਰਿਪੋਰਟ ਮੰਗੀ? ਰਿਪੋਰਟ ਮੰਗੀ ਹੈ ਐਸਐਸਪੀ ਸਾਹਿਬ ਤੋਂ ਕਿ ਉਹ ਪਰਚੇ ਰਿਵਿਊ ਕਰੋ, ਹਰ ਪਰਚਾ ਰਿਵਿਊ ਕਰੋ ਤੇ ਦੇਖੋ ਵੀ ਕਿਸੇ ਵਿੱਚ ਮਾਈਨਿੰਗ ਮਾਫੀਆ ਜਾਂ ਕ੍ਰੈਸ਼ਰ ਦੇ ਮਾਲਕ ਵੀ ਇਨਵੋਲਵ ਹੋਏ ਹਨ। ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਵੱਡੀ ਮੱਛਲੀਆਂ ਹੈ ਨਾ ਉਹ ਕਾਬੂ ਨਹੀਂ ਆਉਂਦੀ ਹੈ। ਡਾਇਰੈਕਸ਼ਨਸ ਵੀ ਟਾਈਮ ਟੂ ਟਾਈਮ ਦਿੱਤੀਆਂ ਨੇ, ਡਿਮਾਰਕੇਸ਼ਨ ਦੀ ਡਾਇਰੈਕਸ਼ਨਸ ਦਿੱਤੀਆਂ ਨੇ, ਇਹ ਵੀ ਕਿਹਾ ਤੁਸੀਂ ਡਰੋਨ ਦੇ ਨਾਲ ਦੇਖੋ ਕਿੱਥੇ ਕਿੱਥੇ ਮਾਈਨਿੰਗ ਹੋਈ ਹੈ। ਖੱਡਾਂ ਦੇ ਵਿੱਚ ਜੇਸੀਬੀਆਂ ਤੇ ਟਿੱਪਰ ਭਰੇ ਖੜੇ ਰਹਿੰਦੇ ਨੇ, ਤੁਹਾਨੂੰ ਪਤਾ ਨਹੀਂ ਲੱਗਦਾ। ਬਟ ਗਰਾਊਂਡ ਲੈਵਲ ਤੇ ਉਹ ਇੰਪਲੀਮੈਂਟੇਸ਼ਨ ਉਹਨਾਂ ਡਾਇਰੈਕਸ਼ਨਸ ਦੀ ਹੈ ਨਹੀਂ। ਜਦੋਂ ਤੱਕ ਗਵਰਨਮੈਂਟ ਇੰਡੀਪੈਂਡੈਂਟਲੀ ਇਹ ਨਾ ਚਾਹੇ ਕਿ ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਖਤਮ ਕਰਨਾ ਹੈ ਤੇ ਆਪਣੇ ਹੱਥ 'ਚ ਕੰਟਰੋਲ ਲੈ ਕੇ ਆਮ ਲੋਕਾਂ ਤੱਕ ਇਹ ਰੇਟ ਸਿਰ ਚੀਜ਼ ਪਹੁੰਚਾਉਣੀ। ਉਹਨਾਂ ਸਰਕਾਰ ਨੇ ਕਿਹਾ ਸੀਗਾ ਤੁਸੀਂ ਟਰਾਲੀਆਂ ਲੈ ਕੇ ਆਓ ਤੇ ਰੇਤਾ ਤੁਹਾਨੂੰ ਮਿਲ ਜਾਏਗਾ, ਉਹ ਹੈਗਾ ਸਰ ਗਰਾਊਂਡ ਤੇ ਲੱਗਦਾ ਕਿਤੇ ਐਪਲੀਕੇਬਲ 1% ਵੀ ਐਪਲੀਕੇਬਲ ਨਹੀਂ ਹੋਇਆ ਔਰ ਹੋ ਵੀ ਨਹੀਂ ਸਕਦਾ ਜਦੋਂ ਤੱਕ ਇਹ ਮਾਫੀਆ ਖਤਮ ਨਹੀਂ ਹੋ ਜਾਂਦਾ। ਜਿਹੜਾ ਸਰਹੱਦੀ ਇਲਾਕਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਹ ਦੇਸ਼ ਦੇ ਲਈ ਵੀ ਖਤਰਾ ਹੈਗਾ। ਮੰਨ ਲਓ ਕੋਈ ਖੱਡ ਹੈ ਆਪਣੀ, ਉਹਦੇ ਪਰਲੀ ਸਾਈਡ ਪਾਕਿਸਤਾਨ ਲੱਗਦਾ ਹੈ। ਗੁਰਦਾਸਪੁਰ ਉਸ ਏਰੀਆ ਹੈਗਾ ਕਿੱਥੇ ਜਿੱਥੇ ਸਾਡੇ ਬਾਰਡਰ ਸਾਂਝੇ ਨੇ, ਉੱਥੇ ਮਾਈਨਿੰਗ ਨਹੀਂ ਹੋਣੀ ਚਾਹੀਦੀ ਪਰ ਉੱਥੇ ਇੰਨੀ ਜ਼ਿਆਦਾ ਮਾਈਨਿੰਗ ਹੋ ਰਹੀ ਹੈ ਜਿਸ ਤੁਸੀਂ ਸੋਚ ਵੀ ਨਹੀਂ ਸਕਦੇ। ਪੰਜਾਬ ਦੀ ਮਾਈਨਿੰਗ ਪਾਲਿਸੀ ਹੈ ਉਹ ਕੀ ਕਹਿੰਦੀ ਹੈ ਕਿ ਕਿਸ ਤਰੀਕੇ ਨਾਲ ਇੱਥੇ ਮਾਈਨਿੰਗ ਹੋ ਸਕਦੀ ਹੈ ਤਾਂ ਕਿ ਜਿਨ੍ਹਾਂ ਦੀ ਰੋਜ਼ੀ ਰੋਟੀ ਉਹ ਆਪਣੀ ਰੋਜ਼ੀ ਰੋਟੀ ਵੀ ਕਮਾ ਸਕਣ ਤੇ ਸਰਕਾਰ ਨੂੰ ਵੀ ਬੈਨੀਫਿਟ ਹੋ ਸਕੇ। ਹੁਣ ਆਪਾਂ 5 ਫੁੱਟ ਦੀ ਪਰਮਿਸ਼ਨ ਹੈ ਸਾਡੇ ਕੋਲੇ, ਚਲੋ 5 ਫੁੱਟ ਮਾਈਨਿੰਗ ਹੋ ਗਈ, ਉਸ ਤੋਂ ਬਾਅਦ ਆਪਣਾ ਰੇਨੀ ਸੀਜ਼ਨ ਆ ਗਿਆ, ਹਿਮਾਚਲ ਤੋਂ ਰੇਤਾ ਹੜ ਕੇ ਆਉਂਦਾ, ਉਹ 5 ਫੁੱਟ ਫੇਰ ਕਵਰ ਹੋ ਜਾਂਦਾ ਹੈ। ਫਲੱਡਸ ਆਈਆਂ ਨੇ ਜਦੋਂ ਫਲੱਡਸ ਨੇ ਪੰਜਾਬ ਦੇ ਜਿਹੜੇ ਇਸ ਏਰੀਏ 'ਚ ਰੋਪੜ ਡਿਸਟ੍ਰਿਕਟ ਨੂੰ ਖਾਸ ਕਰ ਗੁਰਦਾਸਪੁਰ ਏਰੀਆ ਨੂੰ ਇੰਨਾ ਨੁਕਸਾਨ ਇਸੇ ਕਰਕੇ ਕਰਿਆ ਕਿ ਮਾਈਨਿੰਗ ਨੇ ਖੱਡਾਂ ਉੱਥੇ ਖਲ ਕੇ ਰੱਖਤੀਆਂ। ਲੋਕਾਂ ਦੇ ਘਰਾਂ 'ਚ ਪਾਣੀ ਕਿਉਂ ਵੜਿਆ? ਕਿਉਂਕਿ ਜਿਹੜੇ ਵਾਟਰ ਕੋਰਸ ਚੈਨਲ ਖੱਡਾਂ ਦੇ ਸੀਗੇ ਉਹ ਮਾਈਨਿੰਗ ਮਾਫੀਆ ਨੇ ਖਤਮ ਕਰਤੇ। ਵੱਡੇ ਅਧਿਕਾਰੀ ਜਾਂ ਵੱਡੇ ਕਈ ਰਾਜਨੇਤਾ ਦੇ ਨਾਲ ਸੰਪਰਕ ਹੁੰਦੇ ਨੇ ਕਿ ਇਹ ਵੀ ਜਿਹੜੀ ਆਬਜ਼ਰਵ ਕਰਦੀ ਹੈ ਕੋਰਟ। ਆਫ ਦੀ ਰਿਪੋਰਟ ਤਾਂ ਸਭ ਕੁਝ ਹੁੰਦਾ ਹੈ ਨਾ, ਰਿਪੋਰਟ ਤੇ ਐਸਾ ਕੁਝ ਨਹੀਂ ਹੈ। ਬਟ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਤੋਂ ਬਿਨਾਂ ਇੱਕ ਦਾਣਾ ਵੀ ਇੱਧਰ ਤੋਂ ਉੱਧਰ ਨਹੀਂ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਅਕਸਰ ਅਸੀਂ ਦੇਖਦੇ ਹਾਂ ਮਾਈਨਿੰਗ ਨੂੰ ਲੈ ਕੇ ਇੱਕ ਪਾਸੇ ਰਾਜਨੀਤੀ ਹੁੰਦੀ ਹੈ ਤੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕਈ ਕੇਸਿਸ ਚੱਲ ਰਹੇ ਨੇ। ਹੁਣ ਇੱਕ ਕੇਸ ਆਇਆ ਜਿਸ ਵਿੱਚ ਹਾਈ ਕੋਰਟ ਨੇ ਜਿਹੜਾ ਹੈ ਡਾਇਰੈਕਸ਼ਨਸ ਦਿੱਤੀਆਂ ਨੇ ਤੇ ਰਿਪੋਰਟ ਵੀ ਮੰਗੀ ਹੈ ਰੂਪਨਗਰ ਦੀ ਜਿਹੜੀ ਪੁਲਿਸ ਹੈ ਮਾਈਨਿੰਗ ਨੂੰ ਲੈ ਕੇ। ਤੇ ਸਾਡੇ ਨਾਲ ਐਡਵੋਕੇਟ ਨੇ ਅਮਨਦੀਪ ਸਿੰਘ ਸੈਣੀ, ਉਹਨਾਂ ਤੋਂ ਪੁੱਛਦੇ ਹਾਂ ਕਿ ਆਖਿਰ ਇਹ ਕੀ ਕੇਸ ਸੀਗਾ ਤੇ ਕੀ ਕੁਝ ਹਾਈ ਕੋਰਟ ਵੱਲੋਂ ਕਿਹਾ ਗਿਆ। ਸਰ ਜਿਹੜਾ ਹਾਲਾਂਕਿ ਇਹ ਜਿਹੜਾ ਬੇਲ ਦਾ ਮੈਟਰ ਸੀਗਾ ਲੇਕਿਨ ਇਸ ਵਿੱਚ ਜਿਹੜੀ ਆਬਜ਼ਰਵੇਸ਼ਨ ਕੋਰਟ ਨੇ ਕੀਤੀ ਹੈ, ਜਿਹੜੀ ਡਾਇਰੈਕਸ਼ਨ ਦਿੱਤੀ ਹੈ ਉਹ ਕਾਫੀ ਜ਼ਿਆਦਾ ਸਖਤ ਕਹੀ ਹੈ ਜਾਂ ਸਰਕਾਰ ਨੂੰ ਇੱਕ ਆਦੇਸ਼ ਦੇ ਤੌਰ ਤੇ ਹਾਈ ਕੋਰਟ ਨੇ ਕਿਹਾ ਹੈ? ਪੂਰਾ ਮੈਟਰ ਕੀ ਹੈ? ਹਾਂਜੀ, ਵੈਸੇ ਤਾਂ ਦੇਖੋ ਜੀ ਇਹ ਸਿੰਪਲ ਐਂਟੀਸਪੇਟਰੀ ਬੇਲ ਦਾ ਕੇਸ ਸੀਗਾ, ਟਿੱਪਰ ਦੇ ਡਰਾਈਵਰ ਦੀ ਬੇਲ ਸੀਗੀ। ਬਟ ਕੋਰਟ ਨੇ ਬਹੁਤ ਸੀਰੀਅਸ ਵਿਊ ਲਿਆ ਹੈ ਕਿ ਜਿਹੜਾ ਵੀ ਮੇਰੇ ਕੋਲੇ ਕੇਸ ਆ ਰਿਹਾ ਉਸ 'ਚ ਅਕਿਊਜ਼ਡ ਮਾਈਨਿੰਗ ਦੇ ਕੇਸਿਸ ਵਿੱਚ ਟਿੱਪਰ ਦਾ ਡਰਾਈਵਰ ਔਰ ਜੀਸੀਬੀ ਦਾ ਆਪਰੇਟਰ ਹੀ ਹੁੰਦਾ ਹੈ। ਕਦੇ ਐਸਾ ਕੇਸ ਨਹੀਂ ਆ ਰਿਹਾ ਜਿਸ 'ਚ ਮੇਨ ਜੋ ਮਾਈਨਿੰਗ ਮਾਫੀਆ ਹੈ ਉਹ ਕੋਈ ਬੇਲ ਲੈਣ ਆ ਰਿਹਾ ਹੈ। ਜਿਹੜਾ ਗਰੀਬ ਬੰਦਾ ਹੈ, ਜਿਹੜਾ ਟਿੱਪਰ ਦਾ ਡਰਾਈਵਰ ਹੈ, ਦਿਹਾੜੀਦਾਰ ਹੈ, ਸਿਰਫ ਉਹ ਮੇਰੇ ਕੋਲੇ ਪਹੁੰਚ ਰਿਹਾ ਹੈ ਬੇਲ ਲੈਣ ਵਾਸਤੇ। ਤੇ ਕੋਰਟ ਨੂੰ ਇਹ ਲੱਗ ਰਿਹਾ ਹੈ ਵੀ ਪੁਲਿਸ ਹੈ ਜਿਹੜੀ ਹੈਂਡ ਇਨ ਗਲਵ ਹੈ ਮਾਈਨਿੰਗ ਮਾਫੀਆ ਨਾਲ ਤੇ ਇੱਕ ਸਿਰਫ ਦਿਖਾਉਣ ਵਾਸਤੇ ਪਰਚਾ ਦਰਜ ਕਰਿਆ ਜਾਂਦਾ ਹੈ ਜੋ ਕਿ ਇੱਕ ਸਿਰਫ ਗਰੀਬ ਟਿੱਪਰ ਡਰਾਈਵਰ ਤੇ ਜੀਸੀਬੀ ਆਪਰੇਟਰ ਤੱਕ ਸੀਮਿਤ ਰਹਿ ਕੇ ਖਤਮ ਹੋ ਜਾਂਦਾ ਹੈ। ਮੇਨ ਮਾਈਨਿੰਗ ਮਾਫੀਆ ਹੈ ਜਿਹੜਾ ਉਸ ਤੱਕ ਪੁਲਿਸ ਪਹੁੰਚਣਾ ਨਹੀਂ ਚਾਹ ਰਹੀ ਔਰ ਅੰਡਰ ਟੇਬਲ ਕੁਝ ਹੈ ਜਿਸ ਕਰਕੇ, ਕਿਉਂਕਿ ਇਹ ਮਸਲਾ ਹੈ ਨਾ ਜਿਹੜਾ ਮਾਈਨਿੰਗ ਦਾ ਪਿਛਲੀਆਂ ਸਰਕਾਰਾਂ ਤੋਂ ਵੀ ਚੱਲਦਾ ਜਾਂ ਕਿਸੇ ਤੋਂ ਕੰਟਰੋਲ ਨਹੀਂ ਹੋ ਸਕਿਆ। ਇਸ ਗੌਰਮੈਂਟ ਨੇ ਵੀ ਚਲੋ ਮਾਈਨਿੰਗ ਤੇ ਕਿਹਾ ਕਿ ਅਸੀਂ ਮਾਈਨਿੰਗ ਪਾਲਿਸੀ ਬਣਾਵਾਂਗੇ, 5 ਰੁਪਏ ਫੁੱਟ ਰੇਤਾ ਮਿਲੇਗਾ, ਬਟ ਇਸ ਫਰੰਟ ਤੇ ਗਵਰਨਮੈਂਟ ਵੀ ਫੇਲ ਹੋਈ ਹੈ। ਹੁਣ ਹਾਈ ਕੋਰਟ ਫੇਰ ਸਖਤ ਹੋਇਆ ਹੈ, ਦੇਖੋ ਹੁਣ ਇਹਦਾ ਕੀ ਆਊਟਕਮ ਨਿਕਲਦਾ। ਰਿਪੋਰਟ ਮੰਗੀ ਗਈ ਹੈ ਪੁਲਿਸ ਤੋਂ, ਕੀ ਰਿਪੋਰਟ ਮੰਗੀ ਹੈ?
ਪੁਲਿਸ ਤੋਂ ਰਿਪੋਰਟ ਮੰਗੀ ਹੈ ਐਸਐਸਪੀ ਸਾਹਿਬ ਤੋਂ ਕਿ ਉਹ ਪਰਚੇ ਰਿਵਿਊ ਕਰੋ, ਹਰ ਪਰਚਾ ਰਿਵਿਊ ਕਰੋ ਤੇ ਦੇਖੋ ਵੀ ਕਿਸੇ ਵਿੱਚ ਮਾਈਨਿੰਗ ਮਾਫੀਆ ਜਾਂ ਕ੍ਰੈਸ਼ਰ ਦੇ ਮਾਲਕ ਵੀ ਇਨਵੋਲਵ ਹੋਏ ਹਨ ਕਿ ਸਿਰਫ ਜੀਸੀਬੀ ਆਪਰੇਟਰ ਤੇ ਟਿੱਪਰ ਡਰਾਈਵਰ ਤੱਕ ਹੀ ਸੀਮਿਤ ਰਹਿ ਕੇ ਚਲਾਨ ਪੇਸ਼ ਕਰਕੇ ਖਤਮ ਹੋ ਗਏ ਨੇ। ਇਹ ਰਿਪੋਰਟ ਮੰਗੀ ਹੈ, ਰਿਵਿਊ ਵੀ ਕੀਤਾ ਹੈ ਐਸਐਸਪੀ ਨੇ। 8-10 ਪਰਚੇ ਉਹਨਾਂ ਨੇ ਰਿਵਿਊ ਕੀਤੇ ਨੇ FIRs, ਜਿਸ ਵਿੱਚ ਪਾਇਆ ਗਿਆ ਹੈ ਕਿ ਹਰ ਪਰਚਾ ਹੈ ਜਿਹੜਾ ਉਹ ਜੀਸੀਬੀ ਦੇ ਆਪਰੇਟਰ ਤੇ ਡਰਾਈਵਰ ਤੱਕ ਹੀ ਹੋ ਕੇ ਰਹਿ ਜਾਂਦਾ ਹੈ ਤੇ ਜਿਹੜਾ ਚੌਂਕੀ ਇੰਚਾਰਜ ਹੈ ਉਸ ਨੂੰ ਸਸਪੈਂਡ ਵੀ ਕੀਤਾ ਗਿਆ ਇਸੇ ਕਾਰਨ ਕਰਕੇ। ਸਰ ਰਾਜਨੀਤਿਕ ਤੌਰ ਤੇ ਤਾਂ ਵੈਸੇ ਬਹੁਤ ਵਾਰ ਮਾਈਨਿੰਗ ਮਾਫੀਆ ਜਿਹੜਾ ਸ਼ਬਦ ਉੱਥੋਂ ਹੀ ਆਇਆ ਸੀਗਾ ਕਿ ਉੱਥੇ ਬਹੁਤ ਜ਼ਿਆਦਾ ਮਾਫੀਆ ਜਿਹੜਾ ਹੈ ਇੱਥੇ ਰਨ ਕਰ ਰਿਹਾ ਪੂਰੇ ਪੰਜਾਬ ਦੇ ਵਿੱਚ, ਵੈਸੇ ਤਾਂ ਬਾਕੀ ਸੂਬਿਆਂ ਦੇ ਵਿੱਚ ਵੀ, ਲੇਕਿਨ ਅਸੀਂ ਪਾਰਟਿਕੂਲਰਲੀ ਪੰਜਾਬ ਦੀ ਗੱਲ ਕਰਾਂਗੇ। ਲੇਕਿਨ ਇਸ ਵਿੱਚ ਸਰ ਜਿਹੜੇ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਵੱਡੀ ਮੱਛਲੀਆਂ ਹੈ ਨਾ ਉਹ ਕਾਬੂ ਨਹੀਂ ਆਉਂਦੀ ਹੈ ਤੇ ਉਸਦੇ ਕਾਰਨ ਵੀ ਉਸਦੇ ਕਰਕੇ ਹਾਈ ਕੋਰਟ ਨੇ ਡਾਇਰੈਕਸ਼ਨਸ ਵੀ ਪਾਸ ਕੀਤੀਆਂ ਸੀ ਕਿ ਇਹ ਚੈੱਕ ਕਰਨਾ ਸਰਕਾਰ ਦਾ ਕੰਮ ਹੈਗਾ। ਕੀ ਉਹ ਸਭ ਚੈੱਕ ਹੋ ਰਿਹਾ ਸਰ, ਉਹ ਜਿਹੜੀ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਹਾਈ ਕੋਰਟ ਵੱਲੋਂ? ਦੇਖੋ ਹਾਈ ਕੋਰਟ ਬਹੁਤ ਵਾਰ ਸਖਤ ਹੋਇਆ ਮਾਈਨਿੰਗ ਨੂੰ ਲੈ ਕੇ, ਬਟ ਡਾਇਰੈਕਸ਼ਨਸ ਵੀ ਟਾਈਮ ਟੂ ਟਾਈਮ ਦਿੱਤੀਆਂ ਨੇ, ਡਿਮਾਰਕੇਸ਼ਨ ਦੀ ਡਾਇਰੈਕਸ਼ਨਸ ਦਿੱਤੀਆਂ ਨੇ। ਇਹ ਵੀ ਕਿਹਾ ਤੁਸੀਂ ਡਰੋਨ ਦੇ ਨਾਲ ਦੇਖੋ ਕਿੱਥੇ ਕਿੱਥੇ ਮਾਈਨਿੰਗ ਹੋਈ ਹੈ, ਖੱਡਾਂ ਦੇ ਵਿੱਚ ਜੇਸੀਬੀਆਂ ਤੇ ਟਿੱਪਰ ਭਰੇ ਖੜੇ ਰਹਿੰਦੇ ਨੇ, ਤੁਹਾਨੂੰ ਪਤਾ ਨਹੀਂ ਲੱਗਦਾ। ਬਟ ਗਰਾਊਂਡ ਲੈਵਲ ਤੇ ਉਹ ਇੰਪਲੀਮੈਂਟੇਸ਼ਨ ਉਹਨਾਂ ਡਾਇਰੈਕਸ਼ਨਸ ਦੀ ਹੈ ਨਹੀਂ ਤੇ ਹੋ ਵੀ ਨਹੀਂ ਸਕਦੀ ਜਦੋਂ ਤੱਕ ਗਵਰਨਮੈਂਟ ਇੰਡੀਪੈਂਡੈਂਟਲੀ ਇਹ ਨਾ ਚਾਹੇ ਕਿ ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਖਤਮ ਕਰਨਾ ਹੈ ਤੇ ਆਪਣੇ ਹੱਥ 'ਚ ਕੰਟਰੋਲ ਲੈ ਕੇ ਆਮ ਲੋਕਾਂ ਤੱਕ ਇਹ ਰੇਟ ਸਿਰ ਚੀਜ਼ ਪਹੁੰਚਾਉਣੀ। ਹੁਣ ਅੱਜ ਦੇ ਟਾਈਮ 'ਚ ਰੇਤਾ 40-50 ਰੁਪਏ ਫੁੱਟ ਮਿਲ ਰਿਹਾ, ਜੋ ਗਵਰਨਮੈਂਟ ਕਹਿੰਦੀ ਸੀ ਅਸੀਂ 5 ਰੁਪਏ ਦੇਵਾਂਗੇ, ਤੇ ਅੱਜ ਤੋਂ 10-15 ਸਾਲ ਪਿੱਛੇ ਚਲੇ ਜਾਈਏ ਤਾਂ 5-10 ਰੁਪਏ ਫੁੱਟ ਦਾ ਹੀ ਰੇਟ ਸੀ। ਇਹਨੂੰ ਖੁਦ ਹੀ ਗਵਰਨਮੈਂਟਸ ਨੇ ਇਸ ਚੀਜ਼ ਨੂੰ ਪਾਲਿਸੀ ਬਣਾ ਕੇ ਮਹਿੰਗਾ ਕੀਤਾ। ਸਰ ਕਿੰਨੇ ਕੀ ਪਰਚੇ ਜਾਂ ਕਿੰਨੇ ਕੀ ਕਹੀਏ ਕੇਸਿਸ ਡਿਸਟ੍ਰਿਕਟ ਕੋਰਟਸ ਵਿੱਚ ਜਾਂਦੇ ਹੋਣੇ, ਐਵਰੇਜ ਕੋਈ ਹੈਗੀ ਹੈ ਸਰ? ਕਿਉਂਕਿ ਬਹੁਤ ਕਹੀਏ ਇੱਕ ਬਹੁਤ ਵੱਡਾ ਮਾਫੀਆ ਹੈ ਤੇ ਰੈਵਨਿਊ ਸਾਡਾ ਜਿਹੜਾ ਕਹੀਏ ਕਿ ਇਸ ਤੋਂ ਆਉਣਾ ਸੀਗਾ ਲੇਕਿਨ ਉਹ ਪਹੁੰਚਦਾ ਨਹੀਂ ਹੈ ਸਰਕਾਰ ਤੱਕ, ਤੇ ਕਿੰਨਾ ਕਿ ਸਰ ਲਾਸ ਗਵਰਨਮੈਂਟਸ ਨੂੰ ਹੁੰਦਾ? ਦੇਖੋ ਜਿਹੜਾ ਗਵਰਨਮੈਂਟ ਨੂੰ ਲਾਸ ਹੈ ਤੇ ਆਪਾਂ ਫਿਗਰਸ 'ਚ ਨਹੀਂ ਉਹਨੂੰ ਦੱਸ ਸਕਦੇ, ਕਿਉਂਕਿ ਖੱਡ ਹੈ 20 ਕਿਲੋਮੀਟਰ 30 ਕਿਲੋਮੀਟਰ ਲੰਬੀ ਖੱਡ ਹੈ, ਪਰਮਿਸ਼ਨ ਹੁੰਦੀ ਹੈ ਕਿਸੇ ਕੋਲੇ 20 ਮਰਲੇ 20 ਕਿੱਲਿਆਂ ਦੀ ਤੇ ਉਹ 100 ਕਿੱਲੇ ਦੀ ਮਾਈਨਿੰਗ ਉੱਥੇ ਕਰ ਜਾਂਦਾ ਹੈ, ਕਿਉਂਕਿ ਕੋਈ ਜਿਹੜੀ ਆਪਣੀ ਮਾਈਨਿੰਗ ਡਿਪਾਰਟਮੈਂਟਸ ਦੀ ਟੀਮਸ ਨੇ ਨਾ, ਇੱਕ ਤਾਂ ਦੇਖੋ ਉਹਨਾਂ ਕੋਲ ਅਫੀਸ਼ੀਅਲਸ ਵੀ ਘੱਟ ਨੇ, ਉੱਪਰੋਂ ਇਹ ਮਾਈਨਿੰਗ ਮਾਫੀਆ ਹੈ, ਇਹ ਉਹਨਾਂ 'ਤੇ ਸਖਤ ਵੀ ਹੋ ਜਾਂਦੇ, ਲੜਦੇ ਵੀ ਨੇ। ਹੁਣੇ ਪਿੱਛੇ ਪਰਸੋਂ ਚੌਥੇ ਦੀ ਗੱਲ ਹੈ SDO ਸਾਹਿਬ ਦਾ ਸਿਰ ਪਾੜਤਾ, ਤਾਂ ਇਸ ਕਰਕੇ ਇਹ ਪੋਸੀਬਲ ਨਹੀਂ ਉਹਨਾਂ ਵਾਸਤੇ। ਇਹ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਜਿਹੜਾ ਮਾਈਨਿੰਗ ਡਿਪਾਰਟਮੈਂਟ ਨਾਲ ਮਿਲ ਕੇ ਕੰਮ ਨਹੀਂ ਕਰਦਾ ਨਾ, ਉਦੋਂ ਤੱਕ ਇਹ ਬਹੁਤ ਲਾਸ ਹੈ ਰੈਵਨਿਊ ਦਾ, ਆਪਾਂ ਫਿਗਰਸ 'ਚ ਉਹਨੂੰ ਨਹੀਂ ਦੱਸ ਸਕਦੇ। ਸਰ ਮਾਈਨਿੰਗ ਤੋਂ ਰਿਲੇਟਡ ਬਹੁਤ ਸਾਰੇ ਕੇਸਿਸ ਹਾਈ ਕੋਰਟ ਦੇ ਵਿੱਚ ਵੀ ਨੇ। ਇੱਕ ਜਿਹੜਾ ਗੁੰਡਾ ਟੈਕਸ ਨੂੰ ਲੈ ਕੇ ਵੀ ਬਹੁਤ ਲੰਬਾ ਇੱਕ ਮੈਟਰ ਚੱਲ ਰਿਹਾ, ਉਸ ਵਿੱਚ ਵੀ ਕੁਝ ਕਿਹਾ ਕੋਰਟ ਨੇ ਜਾਂ ਤੁਸੀਂ ਕੋਈ ਸੁਣਿਆ ਹੋ, ਕੋਈ ਜੱਜਮੈਂਟ ਆਈ ਹੋ? ਗੁੰਡਾ ਪਰਚੀ ਕਹਿੰਦੇ ਸੀ ਉਹਨਾਂ ਨੂੰ। ਉਹ ਇਹੀ ਸੀਗਾ ਕਿ ਆਪਾਂ ਪਾਰਟੀਕੂਲਰ ਏਰੀਆ ਹੈ, ਕਿਸੇ ਇੱਕ ਬੰਦੇ ਨੂੰ ਅਸੀਂ ਕੰਟਰੈਕਟ ਦੇਤਾ ਜੀ, ਉਸ ਤੋਂ ਬਾਅਦ ਉਹ ਚਾਹੇ ਮਟੀਰੀਅਲ ਕਿਸੇ ਹੋਰ ਜਗ੍ਹਾ ਤੋਂ ਆ ਰਿਹਾ, ਜਦੋਂ ਉਸ ਏਰੀਏ 'ਚੋਂ ਕ੍ਰੋਸ ਕਰਦਾ ਸੀ ਤਾਂ ਉਹਨੂੰ ਕਹਿੰਦੇ ਸੀ ਕਿ ਸਾਡੇ ਏਰੀਏ 'ਚੋਂ ਕ੍ਰੋਸ ਕਰਨਾ ਤਾਂ ਗੁੰਡਾ ਪਰਚੀ ਕਟਵਾਓ, ਤਾਂ ਹੀ ਅਸੀਂ ਤੁਹਾਨੂੰ ਇੱਥੋਂ ਲੰਘਣ ਦੇਵਾਂਗੇ। ਇਸੇ ਕਰਕੇ ਉਹਦੀ ਕੋਸਟ ਵੱਧਦੀ ਹੈ ਹਰ ਵਾਰ। ਤੇ ਇਹ ਵੀ ਇੱਕ ਵੱਡਾ ਮੈਟਰ ਹੈਗਾ ਕਿਉਂਕਿ ਇਸ ਨੂੰ ਲੈ ਕੇ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਲੋਕ ਹੈਗੇ ਉਹਨਾਂ ਨੂੰ ਐਕਸਟਰਾ ਪੇ ਕਰਨਾ ਪੈਂਦਾ ਹੈ। ਹਾਲਾਂਕਿ ਸਰਕਾਰ ਨੇ ਕਿਹਾ ਸੀਗਾ ਤੁਸੀਂ ਟਰਾਲੀਆਂ ਲੈ ਕੇ ਆਓ ਤੇ ਰੇਤਾ ਤੁਹਾਨੂੰ ਮਿਲ ਜਾਏਗਾ। ਉਹ ਹੈਗਾ ਸਰ ਗਰਾਊਂਡ ਤੇ ਲੱਗਦਾ ਕਿਤੇ ਐਪਲੀਕੇਬਲ ਨਹੀਂ, ਗਰਾਊਂਡ ਲੈਵਲ ਤੇ 1% ਵੀ ਐਪਲੀਕੇਬਲ ਨਹੀਂ ਹੋਇਆ ਔਰ ਹੋ ਵੀ ਨਹੀਂ ਸਕਦਾ ਜਦੋਂ ਤੱਕ ਇਹ ਮਾਫੀਆ ਖਤਮ ਨਹੀਂ ਹੋ ਜਾਂਦਾ। ਜਦੋਂ ਇਹ ਮਾਫੀਆ ਖਤਮ ਹੋ ਗਿਆ, ਕੰਟਰੋਲ ਪੂਰਾ ਗਵਰਨਮੈਂਟ ਦੇ ਹੱਥ 'ਚ ਆ ਗਿਆ, ਗਵਰਨਮੈਂਟ ਇੰਡੀਪੈਂਡੈਂਟਲੀ ਇਹਦੇ ਨਾਲ ਡੀਲ ਕਰੇ ਤਾਂ ਗਵਰਨਮੈਂਟ ਇਹਨੂੰ ਉਸ ਰੇਟ ਤੇ ਦੇ ਸਕਦੀ ਹੈ ਜਿਸ ਤੇ ਇਹਨਾਂ ਨੇ ਕਿਹਾ ਸੀਗਾ। ਪਰ ਜਦੋਂ ਤੱਕ ਇਹ ਮਾਫੀਆ ਤੇ ਨੱਥ ਨਹੀਂ ਪਾਉਂਦੇ ਉਦੋਂ ਤੱਕ ਇਹਦਾ ਰੇਟ ਨਹੀਂ ਨੀਚੇ ਆਏਗਾ। ਦੂਜੇ ਪਾਸੇ ਸਰ ਰੋਪੜ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਗੱਲ ਕਰੀਏ, ਉੱਥੇ ਮੈਕਸਿਮਮ ਤੌਰ ਤੇ ਜਿਹੜੀ ਹੈ ਉਹ ਮਾਈਨਿੰਗ ਦੇ ਕੇਸਿਸ ਸਾਹਮਣੇ ਆਉਂਦੇ ਹੈ। ਇੱਕ ਕੰਸਰਨ ਸਰ ਗਵਰਨਰ ਨੇ ਵੀ ਜਿਹੜਾ ਚੁੱਕਿਆ ਸੀਗਾ ਕਿ ਜਿਹੜਾ ਸਰਹੱਦੀ ਇਲਾਕਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਹ ਦੇਸ਼ ਦੇ ਲਈ ਵੀ ਖਤਰਾ ਹੈਗਾ। ਇਹ ਹਾਈ ਕੋਰਟ ਦੇ ਵਿੱਚ ਵੀ ਕਿਹਾ ਗਿਆ। ਹਾਂ, ਜਿਹੜੀ ਦੇਖੋ ਬਾਰਡਰ ਏਰੀਏ ਦੀ ਮਾਈਨਿੰਗ ਹੈ ਉਹ ਦੇਸ਼ ਦੀ ਸਿਕਿਉਰਿਟੀ ਲਈ ਵੀ ਖਤਰਾ ਹੈ, ਬਟ ਪਾਲਿਸੀ ਵੀ ਇਸ ਬਾਰੇ ਸਾਇਲੈਂਟ ਹੈ ਕਿ ਹਰ ਏਰੀਏ ਨੂੰ ਅਸੀਂ ਪਾਲਿਸੀ 'ਚ ਇੱਕ ਤਰ੍ਹਾਂ ਨਹੀਂ ਡੀਲ ਕਰ ਸਕਦੇ। ਜਿਹੜੇ ਆਪਣੇ ਡਿਸਟ੍ਰਿਕਟਸ ਬਿਲਕੁਲ ਆਪਣੇ ਸਟੇਟ ਦੇ ਵਿੱਚ ਨੇ ਉਹਨਾਂ ਵਾਸਤੇ ਪਾਲਿਸੀ ਹੋਰ ਚਾਹੀਦੀ ਹੈ, ਬਾਰਡਰ ਏਰੀਆ ਵਾਸਤੇ ਪਾਲਿਸੀ ਹੋਰ ਚਾਹੀਦੀ ਹੈ। ਪਾਲਿਸੀ ਬਹੁਤ ਸਟ੍ਰਿਕਟ ਚਾਹੀਦੀ ਹੈ ਕਿਉਂਕਿ ਉੱਥੇ ਮਿਲਟਰੀ ਵੀ ਹੈ, ਉਹਨਾਂ ਨਾਲ ਕੋਲੈਬੋਰੇਟ ਕਰਕੇ ਇੱਕ ਪਾਲਿਸੀ ਹੋਣੀ ਚਾਹੀਦੀ ਸੀਗੀ ਵੀ ਇਸ ਖੱਡ 'ਚ ਜਾਂ ਮੰਨ ਲਓ ਕੋਈ ਖੱਡ ਹੈ ਆਪਣੀ, ਉਹਦੇ ਪਰਲੀ ਸਾਈਡ ਪਾਕਿਸਤਾਨ ਲੱਗਦਾ ਹੈ, ਗੁਰਦਾਸਪੁਰ ਉਸ ਏਰੀਆ ਹੈਗਾ ਕਿੱਥੇ ਜਿੱਥੇ ਸਾਡੇ ਬਾਰਡਰ ਸਾਂਝੇ ਨੇ, ਉੱਥੇ ਮਾਈਨਿੰਗ ਨਹੀਂ ਹੋਣੀ ਚਾਹੀਦੀ, ਪਰ ਉੱਥੇ ਇੰਨੀ ਜ਼ਿਆਦਾ ਮਾਈਨਿੰਗ ਹੋ ਰਹੀ ਹੈ
ਜਿਸ ਤੁਸੀਂ ਸੋਚ ਵੀ ਨਹੀਂ ਸਕਦੇ। ਹਾਲ ਸਰ ਇਸ ਕੇਸ ਦੇ ਵਿੱਚ ਹੁਣ ਉਹਨਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਹਾਂਜੀ, ਜੱਜ ਸਾਹਿਬ ਨੇ ਕਲੀਅਰ ਕਰਤਾ ਕਿ ਤੁਸੀਂ ਗਰੀਬ ਬੰਦਿਆਂ ਤੇ ਨਾ ਇਹ ਪਰਚੇ ਦਰਜ ਕਰੋ, ਸ਼ੋਅ ਆਫ ਕਰਨ ਲਈ ਕਿ ਅਸੀਂ ਪਰਚੇ ਦਰਜ ਕਰ ਰਹੇ ਹਾਂ, ਅਸੀਂ ਮਾਈਨਿੰਗ ਨੂੰ ਖਤਮ ਕਰ ਰਹੇ ਹਾਂ। ਇਫ ਯੂ ਵਾਂਟ ਟੂ ਫਿਨਿਸ਼ ਦਿਸ ਮਾਈਨਿੰਗ ਤਾਂ ਤੁਹਾਨੂੰ ਮਾਈਨਿੰਗ ਮਾਫੀਆ ਨੂੰ ਨੱਥ ਪਾਉਣੀ ਪਊਗੀ। ਕ੍ਰੈਸ਼ਰ ਮਾਲਕ ਜਿਹੜਾ ਦਾ ਇਹ ਮਟੀਰੀਅਲ ਹੁੰਦਾ ਹੈ ਉਹਨਾਂ ਨੂੰ ਇਨਵੋਲਵ ਕਰੋ। ਤੁਸੀਂ ਗਰੀਬ ਟਿੱਪਰ ਡਰਾਈਵਰ ਤੇ ਜਿਹੜਾ JCB ਆਪਰੇਟਰ ਤੇ ਪਰਚਾ ਦਰਜ ਕਰਕੇ ਸ਼ੋਅ ਨਾ ਕਰੋ ਕਿ ਤੁਸੀਂ ਮਾਈਨਿੰਗ ਖਤਮ ਕਰ ਰਹੇ ਹੋ। ਐਕਟ ਬਾਰੇ ਵੀ ਕਿਹਾ ਗਿਆ ਹੈ ਕਿ ਜਿਹੜਾ ਮਾਈਨਸ ਐਂਡ ਮਿਨਰਲਸ ਐਕਟ ਹੈ ਉਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਜਿਹੜੇ ਮਾਈਨਿੰਗ ਤੋਂ ਰਿਲੇਟਡ ਇਹ ਜਿਹੜੇ ਟਿੱਪਰ ਵਾਲੇ ਹੁੰਦੇ ਨੇ ਜਾਂ JCB ਵਾਲੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ। ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਇਸ 'ਚ ਜੇ ਸਾਡੀ ਗੱਡੀ ਜਾਂ ਟਿੱਪਰ ਪਕੜਿਆ ਜਾਂਦਾ ਹੈ ਤਾਂ 2 ਲੱਖ ਰੁਪਏ ਘੱਟੋ ਘੱਟ ਜੁਰਮਾਨਾ ਹੈ। ਉਹ ਕਿਹਨੂੰ ਪੈਣਾ? ਉਹ ਟਿੱਪਰ ਦੇ ਮਾਲਕ ਨੂੰ ਪੈਣਾ ਹੈ। ਔਰ ਟਿੱਪਰ ਜੇ ਮੰਨ ਲਓ ਅਸੀਂ ਲੈ ਵੀ ਲਿਆ ਪੁਰਾਣਾ, ਟਿੱਪਰ ਦੀ ਕੀਮਤ ਨਹੀਂ ਹੁੰਦੀ ਹੈਗੀ 2 ਲੱਖ ਰੁਪਏ, ਜਿਹੜਾ ਕਿ ਉਹਨੂੰ ਜੁਰਮਾਨਾ ਪੈ ਜਾਂਦਾ ਔਰ ਤੇ ਉਹ ਦੇਣਾ ਪਊਗਾ। ਕੋਈ ਵੇਵ ਆਫ ਦਾ ਵੀ ਇਹਦੇ 'ਚ ਪ੍ਰੋਵੀਜ਼ਨ ਨਹੀਂ ਹੈਗੀ। ਇਸ ਕਰਕੇ ਇਹ ਜਿਹੜੇ ਆਪਰੇਟਰਸ ਨੇ, JCB ਆਪਰੇਟਰਸ ਜਾਂ ਟਿੱਪਰ ਜਾਂ ਟਰਾਂਸਪੋਰਟ ਹੈ, ਇਹ ਸਾਰੀ ਰੈਗੂਲਰਾਈਜ਼ ਹੋਣੀ ਚਾਹੀਦੀ ਹੈ। ਇਹਨਾਂ ਦੀ ਯੂਨੀਅਨ ਬਣਨੀ ਚਾਹੀਦੀ ਹੈ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਇਲੀਗਲ ਮਾਈਨਿੰਗ ਹੈ, ਕਿਹੜੀ ਚੀਜ਼ ਲawful ਮਾਈਨਿੰਗ ਹੈ। ਹੁਣ ਇੱਕ ਜਿਹੜਾ ਟਰੱਕ ਦਾ ਡਰਾਈਵਰ ਹੈ ਉਹਨੂੰ ਕੀ ਪਤਾ ਵੀ ਇਹ lawful ਮਾਈਨਿੰਗ ਹੈ ਕਿ ਇਹ ਕ੍ਰੈਸ਼ਰ ਇਲੀਗਲ ਮਾਈਨਿੰਗ ਕਰਕੇ ਕਰ ਰਿਹਾ ਹੈ? ਉਸਨੂੰ ਤਾਂ ਨਹੀਂ ਪਤਾ, ਤਾਂ ਕ੍ਰੈਸ਼ਰ ਦੇ ਮਾਲਿਕ ਨੂੰ ਪਤਾ ਹੈ। ਇਸ ਕਰਕੇ ਪੂਰੀ ਯੂਨੀਅਨ ਬਣਾ ਕੇ ਇਹਨਾਂ ਨੂੰ ਆਪਣੇ ਲੈਵਲ 'ਤੇ ਸਾਰਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਇਹ ਇਲੀਗਲ ਮਾਈਨਿੰਗ ਹੈ। ਜੇ ਤੁਸੀਂ ਕਿਸੇ ਖੱਡ 'ਚੋਂ ਕੋਈ JCB ਕਿਸੇ ਖੱਡ 'ਚੋਂ ਕਰ ਰਹੀ ਹੈ ਤਾਂ JCB ਆਪਰੇਟਰ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਏਰੀਆ ਇਸ ਠੇਕੇਦਾਰ ਦਾ ਜਿਹਨੇ ਮੈਨੂੰ ਹਾਇਰ ਕੀਤਾ ਹੈ ਉਹਦਾ ਏਰੀਆ ਹੈ ਅਤੇ ਮੈਂ ਲੀਗਲੀ ਇੱਥੇ ਕੰਮ ਕਰ ਰਿਹਾ, ਨਾ ਕਿ ਇਲੀਗਲੀ। ਉਸ ਤੋਂ ਬਾਅਦ ਪੁਲਿਸ ਰੇਡ ਕਰ ਲੈਂਦੀ ਹੈ, ਸਾਰੇ ਭੱਜ ਜਾਂਦੇ ਨੇ। ਇਹ ਆਪਣੀ ਮਸ਼ੀਨ ਛੱਡ ਕੇ ਤਾਂ ਨਹੀਂ ਜਾ ਸਕਦੇ, ਇਹੀ ਇਹਨਾਂ ਦੀ ਰੋਜੀ ਰੋਟੀ ਹੈ। ਇਸੇ ਕਰਕੇ ਇਹ ਫਸਦੇ ਨੇ ਵਿਚਾਰੇ। ਜਿਹੜੀ ਪੰਜਾਬ ਦੀ ਮਾਈਨਿੰਗ ਪਾਲਿਸੀ ਹੈ ਉਹ ਕੀ ਕਹਿੰਦੀ ਹੈ ਕਿ ਕਿਸ ਤਰੀਕੇ ਨਾਲ ਇੱਥੇ ਮਾਈਨਿੰਗ ਹੋ ਸਕਦੀ ਹੈ ਤਾਂ ਕਿ ਜਿਨ੍ਹਾਂ ਦੀ ਰੋਜ਼ੀ ਰੋਟੀ ਉਹ ਆਪਣੀ ਰੋਜ਼ੀ ਰੋਟੀ ਵੀ ਕਮਾ ਸਕਣ ਤੇ ਸਰਕਾਰ ਨੂੰ ਵੀ ਬੈਨੀਫਿਟ ਹੋ ਸਕੇ? ਦੇਖੋ, ਪਾਲਿਸੀ ਕਲੀਅਰ ਹੈ, ਏਰੀਆਜ਼ ਡਿਮਾਰਕੇਟ ਕੀਤੇ ਹੋਏ ਨੇ ਵੀ ਕਿਹੜੀ ਖੱਡ 'ਚ ਮਾਈਨਿੰਗ ਹੋਣੀ ਹੈ, ਕਿਸ ਸੀਜ਼ਨ 'ਚ ਹੋਣੀ ਹੈ, ਕਿਸ ਟਾਈਮ 'ਚ ਹੋਣੀ ਹੈ ਅਤੇ ਕਿਸ ਡੈਪਥ ਤੱਕ ਹੋਣੀ ਹੈ। ਹੁਣ ਆਪਾਂ 5 ਫੁੱਟ ਦੀ ਪਰਮਿਸ਼ਨ ਹੈ ਸਾਡੇ ਕੋਲ, ਚਲੋ 5 ਫੁੱਟ ਮਾਈਨਿੰਗ ਹੋ ਗਈ। ਉਸ ਤੋਂ ਬਾਅਦ ਆਪਣਾ ਰੇਨੀ ਸੀਜ਼ਨ ਆ ਗਿਆ, ਹਿਮਾਚਲ 'ਚੋਂ ਰੇਤਾ ਹੜ ਕੇ ਆਉਂਦਾ, ਉਹ 5 ਫੁੱਟ ਫੇਰ ਕਵਰ ਹੋ ਜਾਂਦਾ। ਹੁਣ ਜੇ ਆਪਾਂ 5 ਫੁੱਟ ਦੀ ਜਗ੍ਹਾ 50-50 ਫੁੱਟ ਉੱਥੇ ਮਾਈਨਿੰਗ ਕਰਤੀ ਹੈ ਅਤੇ ਉਹ ਖਤਮ ਨਹੀਂ ਹੋਊਗੀ, ਉਲਟਾ ਉੱਥੇ ਖੱਡੇ। ਹੁਣ ਫਲੱਡਸ ਆਈਆਂ ਨੇ, ਜਦੋਂ ਫਲੱਡਸ ਨੇ ਪੰਜਾਬ ਦੇ ਜਿਹੜੇ ਇਸ ਏਰੀਏ 'ਚ ਰੋਪੜ ਡਿਸਟ੍ਰਿਕਟ ਨੂੰ ਖਾਸ ਕਰ ਗੁਰਦਾਸਪੁਰ ਏਰੀਆ ਨੂੰ ਇੰਨਾ ਨੁਕਸਾਨ ਇਸੇ ਕਰਕੇ ਕਰਿਆ ਕਿ ਮਾਈਨਿੰਗ ਨੇ ਖੱਡਾਂ ਉੱਥੇ ਖੱਲ ਕੇ ਰੱਖਤੀਆਂ ਨੇ। ਪਾਣੀ ਨੂੰ ਇਹ ਨਹੀਂ ਪਤਾ ਲੱਗਿਆ ਵੀ ਕਿੱਧਰ ਨੂੰ ਜਾਣਾ ਹੈ। ਲੋਕਾਂ ਦੇ ਘਰਾਂ 'ਚ ਪਾਣੀ ਕਿਉਂ ਵੜਿਆ? ਕਿਉਂਕਿ ਜਿਹੜੇ ਵਾਟਰ ਕੋਰਸ ਚੈਨਲ ਖੱਡਾਂ ਦੇ ਸੀਗੇ ਉਹ ਮਾਈਨਿੰਗ ਮਾਫੀਆ ਨੇ ਖਤਮ ਕਰਤੇ ਨੇ। ਇਸ ਕਰਕੇ ਇਹ ਜਿਹੜੇ ਆਪਣਾ ਸਾਰੇ ਡਿਪਾਰਟਮੈਂਟਸ ਨੂੰ ਕੋਲੈਬੋਰੇਟ ਕਰਕੇ ਮਾਈਨਿੰਗ ਪਾਲਿਸੀ ਬਣਾਉਣੀ ਚਾਹੀਦੀ ਹੈ। ਰੇਨੀ ਸੀਜ਼ਨਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਹਿਮਾਚਲ ਦਾ ਸਾਰਾ ਪਾਣੀ ਪੰਜਾਬ ਦੀਆਂ ਖੱਡਾਂ ਕਵਰ ਕਰਦੀਆਂ ਨੇ। ਜੇ ਪਾਣੀ ਜ਼ਿਆਦਾ ਆ ਗਿਆ ਤਾਂ ਉਸ ਵਾਸਤੇ ਚੈਨਲਸ ਨੂੰ ਨਾ ਛੇੜਿਆ ਜਾਵੇ। ਸਰ, ਇੱਕ ਹੋਰ ਚੀਜ਼ ਇਹ ਵੀ ਸੀਗੀ ਕਿ ਪੋਲਿਊਸ਼ਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸੀ ਜਦ ਹਾਈਕੋਰਟ ਦੀ ਡਾਇਰੈਕਸ਼ਨ ਆਈ ਸੀਗੀ ਕਿ ਕਈ ਥਾਵਾਂ ਅਜਿਹੇ ਨੇ ਜਿੱਥੇ ਕਿ ਜ਼ਮੀਨ ਦੇ ਥੱਲੇ ਕੁਝ ਹੈ ਹੀ ਨਹੀਂ, ਜਿਹੜਾ ਰੇਤਾ ਸੀ ਉਹ ਕੱਢ ਲਿੱਤਾ ਗਿਆ ਹੈ ਅਤੇ ਉਹ ਇਨਵਾਇਰਮੈਂਟ ਨੂੰ ਬਚਾਉਣਾ ਬੜਾ ਜ਼ਰੂਰੀ, ਖਾਸ ਕਰ ਰੋਪੜ ਵਾਲੇ ਇਲਾਕੇ ਦੀ ਗੱਲ। ਉਹੀ ਮੈਂ ਜੋ ਤੁਹਾਨੂੰ ਦੱਸ ਕੇ ਹਟਿਆ ਵੀ ਆਪਾਂ ਕੁਛ ਡੈਪਥ ਤੱਕ ਮਾਈਨਿੰਗ ਕਰਦੇ ਹਾਂ ਤਾਂ ਜੋ ਬਰਸਾਤ 'ਚ ਉੱਪਰੋਂ ਆਉਂਦਾ ਹੈ, ਹਿਮਾਚਲ ਤੋਂ ਮਾਈਨਸ ਮਿਨਰਲ ਹੜ ਕੇ ਆਉਂਦੇ ਨੇ, ਉਹਨੂੰ ਕਵਰ ਕਰ ਦਿੰਦੇ ਨੇ। ਹੁਣ ਉਹਨਾਂ ਨੇ ਉਸ ਜਗ੍ਹਾ ਦਾ ਹਾਲ ਇਹ ਬਣਾਤਾ ਹੋਇਆ ਹੈ ਕਿ ਉੱਪਰੋਂ ਜਿੰਨਾ ਮਰਜ਼ੀ ਹੜ ਕੇ ਆ ਜਾਓ ਕਦੇ ਭਰ ਹੀ ਨਹੀਂ ਸਕਦਾ। 50-50 60-60 ਫੁੱਟ ਡੂੰਘੇ ਟੋਏ ਪੜਤੇ ਨੇ ਜਿੱਥੇ 5 ਫੁੱਟ ਦੀ ਪਰਮਿਸ਼ਨ ਸੀ। ਉਸ ਵਿੱਚ ਸਰ ਜੇਕਰ ਹਾਈਕੋਰਟ ਨੇ ਇਹ ਡਾਇਰੈਕਸ਼ਨਸ ਦਿੱਤੀਆਂ ਨੇ, ਜ਼ਰੂਰ ਇਹਨਾਂ ਨੂੰ ਪੂਰਾ ਕਰਨਾ ਵੀ ਕੀ ਜਵਾਬ ਦਿੰਦੀ ਤਾਂ ਸਰਕਾਰ 14 ਤਰੀਕ ਨੂੰ ਹੀ ਪਤਾ ਲੱਗੇਗਾ। ਲੇਕਿਨ ਕਿਤੇ ਨਾ ਕਿਤੇ ਸਰ ਜਦ ਮਾਈਨਿੰਗ ਦੀ ਗੱਲ ਹੁੰਦੀ ਹੈ ਅਸੀਂ ਕਿਤੇ ਨਾ ਕਿਤੇ ਇਸ ਨੂੰ ਰਾਜਨੀਤੀ ਨਾਲ ਵੀ ਜੋੜਦੇ ਹਾਂ ਅਤੇ ਬਿਗ ਫਿਸ਼ਰਸ ਦੇ ਵਿੱਚ ਕਈ ਵਾਰੀ ਇਹ ਵੀ ਸਾਹਮਣੇ ਆਇਆ ਕਿ ਕਿਸੇ ਵੱਡੇ ਅਧਿਕਾਰੀ ਜਾਂ ਵੱਡੇ ਕਹੀਏ ਰਾਜਨੇਤਾ ਦੇ ਨਾਲ ਸੰਪਰਕ ਹੁੰਦੇ ਨੇ ਕਿ ਇਹ ਵੀ ਜਿਹੜੀ ਓਬਜ਼ਰਵ ਕਰਦੀ ਹੈ ਕੋਰਟ। ਦੇਖੋ, ਵੈਸੇ ਆਫ ਦੀ ਰਿਕਾਰਡ ਤਾਂ ਸਭ ਕੁਝ ਹੁੰਦਾ ਹੈ ਨਾ, ਰਿਕਾਰਡ 'ਤੇ ਐਸਾ ਕੁਛ ਨਹੀਂ ਹੈ। ਬਟ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਤੋਂ ਬਿਨਾਂ ਇੱਕ ਦਾਣਾ ਵੀ ਇੱਧਰ ਤੋਂ ਉੱਧਰ ਨਹੀਂ ਹੋ ਸਕਦਾ। ਪੁਲਿਸ ਦੀ ਉਹ ਤੋਂ ਬਿਨਾਂ ਇੱਕ ਦਾਣਾ ਵੀ ਇੱਧਰ ਤੋਂ, ਜੇ ਪੁਲਿਸ ਪ੍ਰਸ਼ਾਸਨ ਚਾਹਵੇ ਤਾਂ ਇੱਕ ਦਾਣਾ ਵੀ, ਇੱਕ ਕਣ ਵੀ ਰੇਤੇ ਦਾ ਉੱਥੋਂ ਚੱਕ ਕੇ ਉੱਥੇ ਕੋਈ ਨਹੀਂ ਲੈ ਕੇ ਜਾ ਸਕਦਾ। ਇਹ ਇਨਵੋਲਵਮੈਂਟ ਸਾਰਿਆਂ ਦੀ ਹੁੰਦੀ ਹੈ ਕਿਸੇ ਨਾ ਕਿਸੇ ਲੈਵਲ 'ਤੇ, ਬਟ ਇਹ ਗੌਰਮੈਂਟ ਨੂੰ ਸੋਚਣਾ ਚਾਹੀਦਾ ਇਸ ਬਾਰੇ। ਸੋ ਹੁਣ ਹਾਈ ਕੋਰਟ ਨੇ ਹੁਣ ਰਿਪੋਰਟ ਮੰਗੀ ਹੈ, ਹੁਣ ਦੇਖੋ 14 ਤਰੀਕ ਨੂੰ ਕੀ ਰਿਪੋਰਟ ਆਉਂਦੀ ਹੈ। ਰਿਪੋਰਟ ਸੈਟਿਸਫੈਕਟਰੀ ਹੋਏਗੀ ਤਾਂ ਠੀਕ ਹੈ, ਅਦਰਵਾਈਜ਼ ਕੋਰਟ ਹੋਰ ਸਟ੍ਰਿਕਟ ਆਰਡਰ ਵੀ ਪਾਸ ਕਰਨਗੇ। ਔਰ ਇਹਦਾ ਇੰਪੈਕਟ ਦੇਖਣ ਨੂੰ ਮਿਲ ਰਿਹਾ ਗਰਾਊਂਡ ਲੈਵਲ 'ਤੇ ਇਸ ਆਰਡਰ ਦਾ, ਕਿਉਂਕਿ ਅਦਰਵਾਈਜ਼ ਅਗਰ ਇਹ ਸਿੰਪਲ ਬੇਲ ਦਾ ਕੇਸ ਸੀਗਾ, ਕੋਰਟ ਬੇਲ ਗ੍ਰਾਂਟ ਕਰਕੇ ਇਹਨੂੰ ਬੰਦ ਕਰ ਦਿੰਦੀ ਤਾਂ ਕੁਛ ਨਹੀਂ ਹੋਣਾ ਸੀਗਾ। ਕੋਰਟ ਨੇ ਸ਼ਾਰਟ ਡੇਟ ਰੱਖੀ ਹੈ, ਝਾੜ ਪਾਈ ਹੈ, ਓਬਜ਼ਰਵ ਕੀਤਾ ਹੈ ਕਿ ਇਹ ਸੌਰੀ ਸਟੇਟ ਆਫ ਅਫੇਅਰਸ ਹੈ ਪੰਜਾਬ ਵਾਸਤੇ। ਇਸ ਕਰਕੇ ਸਾਰਾ
प्रशासन भी पूरी हरकत 'ਚ है, गवर्नमेंट तक भी गल पहुंच चुकी है, तो कुछ ना कुछ अच्छा आउटकम मिलेगा। तो कुछ जेसीबी ऑपरेटर ਤੇ ਜਿਹੜੇ ਗਰੀਬ ਬੰਦੇ ਨੇ ਟਿੱਪਰ ਡਰਾਈਵਰ ਉਹਨਾਂ ਤੇ ਹੁਣੇ ਪਰਚੇ ਪੈਣੇ ਘਟ ਜਾਣਗੇ। ਥੈਂਕ ਯੂ। ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਤਰੀਕ ਜਿਹੜੀ ਹੈ ਉਹ 14 ਸਤੰਬਰ ਦੀ ਹੈਗੀ ਹੈ, ਸ਼ਾਰਟ ਡੇਟ ਰੱਖਿਆ ਜਿਵੇਂ ਕਿ ਐਡਵੋਕੇਟ ਅਮਨਦੀਪ ਸੈਣੀ ਨੇ ਵੀ ਦੱਸਿਆ। ਤੇ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਗਾਤਾਰ ਹਾਈ ਕੋਰਟ ਵੱਲੋਂ ਸਰਕਾਰ ਨੂੰ, ਸੂਬਾ ਸਰਕਾਰ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ, ਲੇਕਿਨ ਉਹ ਡਾਇਰੈਕਸ਼ਨਸ ਨੂੰ ਚੈੱਕ ਕਰਨਾ ਇਹ ਵੀ ਸਰਕਾਰ ਦਾ ਕੰਮ ਹੈ, ਜਿਹੜਾ ਕਿ ਨਹੀਂ ਹੋ ਰਿਹਾ ਹੈ। ਤੇ ਹੁਣ ਇਹ ਜਿਹੜੀ ਸਟਰੋਂਗ ਕਹੀਏ ਆਰਡਰਸ ਹਾਈ ਕੋਰਟ ਵੱਲੋਂ ਦਿੱਤੇ ਗਏ ਨੇ, ਜਿੱਥੇ ਕਿ ਰਿਪੋਰਟ ਮੰਗੀ ਗਈ ਹੈ, ਰਿਪੋਰਟ ਦੇ ਵਿੱਚ ਸਰਕਾਰ ਕੀ ਕਹਿੰਦੀ ਹੈ ਇਹ ਤਾਂ 14 ਨੂੰ ਪਤਾ ਲੱਗੇਗਾ। ਲੇਕਿਨ ਕਿਤੇ ਨਾ ਕਿਤੇ ਜਿਹੜੇ ਡਰਾਈਵਰ ਸੀਗੇ ਜਾਂ ਜਿਹੜੇ ਟਿੱਪਰ ਜੇਸੀਬੀ ਦੇ ਡਰਾਈਵਰ ਜਾਂ ਜਿਹੜੇ ਟਿੱਪਰਾਂ ਦੇ ਡਰਾਈਵਰ ਨੇ, ਉਹਨਾਂ ਉੱਤੇ ਜਿਹੜੇ ਪਰਚੇ ਹੁੰਦੇ ਨੇ, ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਉਮੀਦ ਹੋ ਗਈ ਹੈ ਕਿ ਹਾਈ ਕੋਰਟ ਜਿਹੜਾ ਉਹਨਾਂ ਦੀ ਸੁਣਵਾਈ ਵੀ ਕਰੇਗਾ। ਕੈਮਰਾ ਪਰਸਨ ਪ੍ਰਦੀਪ ਦੇ ਨਾਲ ਪੂਜਾ ਵਰਮਾ, ਸਾਂਝਾ ਟੀਵੀ, ਚੰਡੀਗੜ੍ਹ।